सत श्री अकाल। न्यूज़ 18 पंजाब हरियाणा हिमाचल देख रहे सारे दर्शकों का स्वागत है। खबर जो मुद्दा बने दी खास पेशकश लैके मैं विजयपाल सिंह बराड़ तुहाडे सामने हाज़र हाँ। ते इस खास पेशकश दे विच रोजाना के आधार पर असीं नज़र पाउंदे हां उन्हां खबरां ते जिहड़ियां खास तौर पर दर्शकों का ध्यान मंगदियां ने, जिहड़ियां खास तौर पर दर्शकों के लिए जाननियां जरूरी हुंदियां ने। सो शुरू करदे हां साडा अज दा इह सफर। किसानी अंदोलन खत्म होने तो बाद संयुक्त किसान मोर्चे ने 15 दसंबर को टोल खाली करने का फैसला लिया सी, पर इसे विचाले किसान आगू जोगिंदर सिंह उगराहां का एक वड्डा बयान आ गया। उन्होंने कहा कि जिन्ना चिर टोल प्लाजिया की पहला जिन्नी फीस नहीं होएगी उन्ना चिर मोर्चे टोल प्लाजिया तो नहीं चक्के जाएंगे। किसान दिल्ली ਦੀਆਂ ਬਰੂਹਾਂ ਤੋਂ ਵਾਪਸੀ ਕਰ ਚੁੱਕੇ ਨੇ ਤੇ 15 ਦਸੰਬਰ ਨੂੰ ਪੰਜਾਬ ਦੇ ਵਿੱਚ ਟੋਲ ਪਲਾਜ਼ਿਆਂ ਤੋਂ ਵੀ ਧਰਨੇ ਖਤਮ ਕਰਨ ਦਾ ਐਲਾਨ ਕੀਤਾ ਗਿਆ ਤੇ ਸੁਭਾਵਿਕ ਹੈ ਕਿ ਜਿਵੇਂ ਕਿਸਾਨਾਂ ਦਾ ਧਰਨਾ ਖਤਮ ਹੋਵੇਗਾ ਤਾਂ ਲੋਕਾਂ ਨੂੰ ਜੇਬ ਢਿੱਲੀ ਕਰਨੀ ਪਵੇਗੀ। ਪਰ ਇਸ ਦੇ ਵਿਚਾਲੇ ਕਿਸਾਨ ਆਗੂ ਜੋਗਿੰਦਰ ਉਗਰਾਹਾਂ ਦਾ ਜੋ ਬਿਆਨ ਸਾਹਮਣੇ ਆਇਆ ਉਹ ਟੋਲ ਪਲਾਜ਼ਾ ਵਾਲਿਆਂ ਦੀ ਮੁਸ਼ਕਲ ਨੂੰ ਵਧਾਉਣ ਵਾਲਾ ਹੈ। ਉਗਰਾਹਾਂ ਟੋਲ ਟੈਕਸ ਦੇ ਵਿੱਚ ਕੀਤੇ ਵਾਧੇ ਤੇ ਇਤਰਾਜ਼ ਜਤਾ ਰਹੇ ਨੇ ਤੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਕਿ ਜਦੋਂ ਤੱਕ ਵਾਧਾ ਵਾਪਸ ਨਹੀਂ ਲਿਆ ਜਾਂਦਾ ਉਦੋਂ तक ਟੋਲ ਤੇ ਮੋਰਚਾ ਜਾਰੀ ਰਹੇਗਾ। किसान साथियों, कल ਨੂੰ ਆਪਾਂ ਪੰਜਾਬ ਦੇ ਵਿੱਚੋਂ ਸਾਰੇ ਧਰਨੇ ਚੱਕਣ ਦਾ ਫੈਸਲਾ ਕੀਤਾ ਸੀ, ਪਰ ਸਰਕਾਰ ਨੇ ਟੋਲ ਪਲਾਜ਼ਿਆਂ ਦੀਆਂ ਫੀਸਾਂ ਦੁੱਗਣੀਆਂ ਕੀਤੀਆਂ ਹੋਈਆਂ ਨੇ। ਜੇ ਕੀਮਤਾਂ ਪੰਜਾਬ ਸਰਕਾਰ ਇਹਦਾ ਐਲਾਨ ਨਹੀਂ ਕਰਦੀ ਕਿ ਪੁਰਾਣੀਆਂ ਰਹਿਣਗੀਆਂ ਉਹਨਾਂ ਚਿਰ ਤੱਕ ਇਹ ਟੋਲ ਪਲਾਜ਼ਿਆਂ ਤੇ ਜਿਹੜੇ ਧਰਨੇ ਨੇ ਸਾਡੇ ਲਗਾਤਾਰ ਰਹਿਣਗੇ। ਜਿੱਥੇ ਕਰੀਬ ਸਵਾ ਸਾਲ ਦੇ ਬਾਅਦ ਟੋਲ ਪਲਾਜ਼ਾ ਕੰਪਨੀਆਂ ਨੂੰ ਇਹ ਆਸ ਵੱਜੀ ਸੀ ਕਿ ਹੁਣ ਗੱਡੀ ਪਟੜੀ ਤੇ ਆਵੇਗੀ, ਪਰ ਕਿਸਾਨ ਆਗੂ ਉਗਰਾਹਾਂ ਨੂੰ ਟੈਕਸ ਦੇ ਵਿੱਚ ਵਾਧਾ ਮਨਜ਼ੂਰ ਨਹੀਂ ਹੈ ਤੇ ਅਜੇ ਸਵਾਲ ਬਰਕਰਾਰ ਹੈ ਕਿ ਕੀ 15 ਦਸੰਬਰ ਨੂੰ ਟੋਲ ਤੋਂ ਕਿਸਾਨਾਂ ਦਾ ਮੋਰਚਾ ਖਤਮ ਹੋਵੇਗਾ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ। उत्तर प्रदेश के लखीमपुर खीरी हिंसा मामले च एक नवा मोड़ आ गया। मामले की जांच कर रही SIT ने भी मन्निया है कि किसानां नूं गड्डी हेठां कुचलन दी पूरी घटना एक सोची समझी साजिश सी। लखीमपुर खीरी हिंसा केस SIT जांच विच वड्डा खुलासा, प्लानिंग नाल होया अपराध। 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਵਿੱਚ ਹੋਈ ਹਿੰਸਾ ਦੀ ਜਾਂਚ ਕਰ ਰਹੀ SIT ਦੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ। SIT ਨੇ ਮੰਨਿਆ ਹੈ ਕਿ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਸਣੇ 14 ਮੁਲਜ਼ਮਾਂ ਨੇ ਪਲਾਨਿੰਗ ਦੇ ਤਹਿਤ ਇਹ ਜੁਰਮ ਕੀਤਾ। SIT ਨੇ ਗੈਰ ਇਰਾਦਤਨ ਕਤਲ ਦੀ ਧਾਰਾ ਨੂੰ ਹਟਾ ਕੇ ਸਾਰਿਆਂ ਦੇ ਉੱਤੇ ਕਤਲ ਦੀ ਧਾਰਾ ਲਗਾ ਦਿੱਤੀ ਹੈ। SIT ਨੇ ਜਾਂਚ ਦੇ ਵਿੱਚ ਦੱਸਿਆ ਕਿ 3 ਅਕਤੂਬਰ ਦੀ ਘਟਨਾ प्लैंड ਅਤੇ ਇੱਕ ਜਾਣਬੁੱਝ ਕੇ ਕੀਤੀ ਗਈ ਘਟਨਾ ਸੀ, ਨਾ ਕਿ ਲਾਪਰਵਾਹੀ। लखनपुर तो बड़ी मैं वही कह रहा हूँ कि फिर स्ट्रिक्ट एक्शन लेना चाहिए था। तो मिनिस्टर शुड ऑल्सो बी प्रोसिक्यूटेड। बिल्कुल सोची समझी साजिश थी और ये सिर्फ मंत्री के बेटे के नहीं, मंत्री की खुद की भी थी, क्योंकि उससे 4 दिन पहले मंत्री ने शरेआम सभा में बोला था कि इनको सबक सिखाना हमको आता और लोगों को उकसा के किसानों के खिलाफ भड़काने का काम किया था। लेकिन आज तक भाजपा ने उस मंत्री को बैठा के बना के रखा है और उसके बेटे को बचाने के तो यहाँ तक हद थी कि बोला वहाँ पे था ही नहीं। ਜ਼ਿਕਰ ਖਾਸ ਹੈ ਕਿ 3 ਅਕਤੂਬਰ ਨੂੰ ਯੂਪੀ ਚ ਲਖੀਮਪੁਰ ਖੀਰੀ ਦੇ ਤਿਕੁਨੀਆਂ ਚ 4 ਕਿਸਾਨਾਂ ਨੂੰ ਇੱਕ SUV ਕਾਰ ਦੇ ਨਾਲ ਦਰੜ ਦਿੱਤਾ ਗਿਆ ਸੀ, ਜਦੋਂ ਇੱਕ ਸਮਾਗਮ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਕੇ ਪਰਤੇ ਸਨ। ਪ੍ਰੋਗਰਾਮ ਦੇ ਵਿੱਚ ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਅਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਮੌਜੂਦ ਸਨ। ਘਟਨਾ ਤੋਂ ਬਾਅਦ ਹੋਈ ਹਿੰਸਾ ਦੇ ਵਿੱਚ ਕੁਝ ਲੋਕ ਮਾਰੇ ਗਏ। ਘਟਨਾ ਦੇ ਦੌਰਾਨ ਇੱਕ ਸਥਾਨਕ ਪੱਤਰਕਾਰ ਰਮਨ ਕਸ਼ਯਪ ਵੀ ਮਾਰਿਆ ਗਿਆ। ਕਿਸਾਨਾਂ ਨੇ ਇਲਜ਼ਾਮ ਲਗਾਇਆ ਸੀ ਕਿ SUV ਅਜੇ ਮਿਸ਼ਰਾ ਟੇਨੀ ਦੀ ਸੀ ਅਤੇ ਉਸ ਦੇ ਵਿੱਚ ਉਹਨਾਂ ਦਾ ਬੇਟਾ ਆਸ਼ੀਸ਼ ਮਿਸ਼ਰਾ ਮੌਜੂਦ ਸੀ। ਬਿਊਰੋ ਰਿਪੋਰਟ, ਨਿਊਜ਼ 18। बेअदबी मामले ते गुरमीत राम रहीम तो मामले की जांच कर रही SIT ने मुड़ पुछगिछ की। रोहतक की सुनारिया जेल च करीब 6 घंटे तक राम रहीम तो सवाल जवाब किए गए। इस विचाले राम रहीम ने मामले की जांच CBI तो करवाने लई हाई कोर्ट का भी रुख किया है।
ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਦੂਜੀ ਵਾਰ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ। ਸਵੇਰੇ 10 ਵਜੇ ਦੇ ਕਰੀਬ ਐਸਆਈਟੀ ਰੋਹਤਕ ਦੀ ਸੁਨਾਰੀਆ ਜੇਲ੍ਹ ਪਹੁੰਚੀ ਤੇ ਕਰੀਬ 6 ਘੰਟੇ ਸਵਾਲ ਜਵਾਬ ਦੇ ਬਾਅਦ ਕਰੀਬ 4 ਵਜੇ ਵਾਪਸ ਨਿਕਲ ਗਈ। ਇਸ ਵਾਰ ਐਸਆਈਟੀ ਨੇ ਮੀਡੀਆ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ। ਇਸ ਤੋਂ ਪਹਿਲਾਂ 9 ਨਵੰਬਰ ਨੂੰ ਵੀ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ ਗਈ ਸੀ। ਉਸ ਵੇਲੇ ਰਾਮ ਰਹੀਮ ਨੇ ਕਿਹਾ ਸੀਗਾ ਕਿ ਉਸ ਦਾ ਕੰਮ ਸਤਸੰਗ ਕਰਨ ਦਾ ਸੀ, ਫੈਸਲਾ ਡੇਰੇ ਦੀ ਪ੍ਰਬੰਧਕ ਕਮੇਟੀ ਲੈਂਦੀ ਸੀ। ਇਸੇ ਆਧਾਰ ਤੇ ਐਸਆਈਟੀ ਨੇ ਡੇਰਾ ਪ੍ਰਬੰਧਕ ਵਿਪਾਸਨਾ ਇੰਸਾ ਤੇ ਪੀਆਰ ਨੈਨ ਨੂੰ ਸਮਨ ਕੀਤਾ ਸੀ ਤੇ ਉਹਨਾਂ ਤੋਂ ਪੁੱਛਗਿੱਛ ਕਰਨ ਦੇ ਲਈ ਐਸਆਈਟੀ ਸਿਰਸਾ ਡੇਰੇ ਦੇ ਵਿੱਚ ਵੀ ਗਈ। ਕੁੱਲ ਮਿਲਾ ਕੇ ਰਾਮ ਰਹੀਮ ਦੇ ਜਵਾਬਾਂ ਤੋਂ ਐਸਆਈਟੀ ਸੰਤੁਸ਼ਟ ਨਹੀਂ ਸੀ ਤੇ ਇਹੀ ਕਾਰਨ ਸੀ ਕਿ ਫਿਰ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ ਗਈ ਹੈ। ਰਾਮ ਰਹੀਮ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਐਸਆਈਟੀ ਦੀ ਬਜਾਏ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਡੇਰਾ ਮੁਖੀ ਦਾ ਕਹਿਣਾ ਹੈ ਕਿ ਉਸ ਨੂੰ ਜਾਣਬੁੱਝ ਕੇ ਇਸ ਮਾਮਲੇ ਦੇ ਵਿੱਚ ਫਸਾਇਆ ਜਾ ਰਿਹਾ ਹੈ। ਅਜੇ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਜ਼ਰੂਰੀ ਹੈ। ਇਸੇ ਲਈ ਸੀਬੀਆਈ ਨੂੰ ਜਾਂਚ ਦਿੱਤੀ ਜਾਵੇ, ਜਿਸ ਤੇ ਕੋਰਟ 21 ਦਸੰਬਰ ਨੂੰ ਸੁਣਵਾਈ ਕਰੇਗਾ। ਜ਼ਿਕਰਯੋਗ ਹੈ ਕਿ ਬੇਅਦਬੀ ਦਾ ਮਾਮਲਾ 6 ਸਾਲ ਪੁਰਾਣਾ ਹੈ। 1 ਜੁਲਾਈ 2015 ਨੂੰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਬਰਗਾੜੀ ਤੋਂ 5 ਕਿਲੋਮੀਟਰ ਦੂਰ ਸਥਿਤ ਪਿੰਡ ਬੁਰਜ ਜਵਾਰ ਸਿੰਘ ਵਾਲਾ ਦੇ ਗੁਰਦੁਆਰੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋ ਗਿਆ ਸੀ। ਅਜੇ 24 ਸਤੰਬਰ 2015 ਨੂੰ ਬਰਗਾੜੀ ਦੇ ਵਿੱਚ ਗੁਰਦੁਆਰੇ ਦੇ ਨੇੜਿਓਂ ਹੱਥ ਨਾਲ ਲਿਖੇ 2 ਪੋਸਟਰ ਲੱਗੇ ਮਿਲੇ। ਇਲਜ਼ਾਮ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਲਿਖੇ ਇਹਨਾਂ ਪੋਸਟਰਾਂ 'ਚ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ ਤੇ ਚੋਰੀ ਦੇ ਵਿੱਚ ਡੇਰਾ ਸੱਚਾ ਸੌਦਾ ਦਾ ਹੱਥ ਹੋਣ ਦੀ ਵੀ ਗੱਲ ਲਿਖੀ ਗਈ। ਅਜੇ 12 ਅਕਤੂਬਰ 2015 ਨੂੰ ਬੁਰਜ ਜਵਾਰ ਸਿੰਘ ਵਾਲਾ ਦੀਆਂ ਗਲੀਆਂ ਦੇ ਵਿੱਚ ਪਾਵਨ ਸਰੂਪ ਦੇ ਅੰਗ ਬਿਖਰੇ ਮਿਲੇ, ਜਿਸ ਤੋਂ ਨਾਰਾਜ਼ ਸਿੱਖਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਦੌਰਾਨ ਹੋਈ ਪੁਲਿਸ ਦੀ ਹਿੰਸਕ ਝੜਪ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਉੱਥੇ ਬੇਅਦਬੀ ਅਤੇ ਗੋਲੀਕਾਂਡ ਦੇ ਇਸ ਮਾਮਲੇ ਦੇ ਵਿੱਚ ਸਾਲ 2015 'ਚ 3 ਵੱਖ-ਵੱਖ FIR ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ 'ਚੋਂ 5 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਕਿ ਹੁਣ ਜ਼ਮਾਨਤ ਤੇ ਚੱਲ ਰਹੇ ਨੇ। ਉੱਥੇ ਡੇਰਾ ਸੱਚਾ ਸੌਦਾ ਦੀ ਨੈਸ਼ਨਲ ਕਮੇਟੀ ਦੇ 3 ਮੈਂਬਰਾਂ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ। ਹਾਲਾਂਕਿ ਹੁਣ ਤੱਕ ਇਸ ਮਾਮਲੇ ਦੀ ਜਾਂਚ ਸੀਬੀਆਈ ਦੇ ਇਲਾਵਾ ਪੰਜਾਬ ਪੁਲਿਸ ਦੀਆਂ 3 ਵੱਖ-ਵੱਖ SIT ਟੀਮਾਂ ਕਰ ਚੁੱਕੀਆਂ ਨੇ, ਪਰ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੇ ਨਾਮ ਸਾਹਮਣੇ ਨਹੀਂ ਆ ਸਕੇ। ਰੋਹਤਕ ਤੋਂ ਤਰਿੰਦਰ ਚੌਧਰੀ, ਨਿਊਜ਼ 18 ਪੰਜਾਬ। ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ, ਜਿਸ ਕਰਕੇ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਸਮਾਣਾ 'ਚ ਵਿਦਿਆਰਥੀਆਂ ਨੂੰ ਬੱਸਾਂ ਦੀਆਂ ਟਾਕੀਆਂ 'ਚ ਲਮਕ ਕੇ ਸਫ਼ਰ ਕਰਨਾ ਪੈ ਰਿਹਾ। ਉਧਰ ਪੀਆਰਟੀਸੀ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਹੱਕੀ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਹਾਂ। ਬੱਸਾਂ ਦੀਆਂ ਟਾਕੀਆਂ 'ਚ ਲਟਕ ਰਿਹਾ ਹੈ ਇਹ ਭਵਿੱਖ ਪੰਜਾਬ ਦਾ ਹੈ, ਜੋ ਆਪਣੇ ਉਜਵਲ ਭਵਿੱਖ ਲਈ ਵੱਡੇ ਸ਼ਹਿਰਾਂ 'ਚ ਪੜ੍ਹਨ ਜਾ ਰਹੇ ਨੇ। ਕੀ ਮੁੰਡੇ ਕੀ ਕੁੜੀਆਂ, ਸਭ ਨੂੰ ਠੰਡ 'ਚ ਬੱਸ ਦੀਆਂ ਟਾਕੀ ਜਾਂ ਬੱਸ ਦੇ ਉੱਪਰ ਬੈਠ ਕੇ ਸਫ਼ਰ ਕਰਨਾ ਪੈ ਰਿਹਾ ਹੈ। ਪੀਆਰਟੀਸੀ ਦੇ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਾਨੂੰ 3 ਤੋਂ 4 ਘੰਟੇ ਬੱਸ ਦੀ ਉਡੀਕ ਕਰਨੀ ਪੈ ਰਹੀ ਹੈ ਤੇ ਜਿਹੜੀ ਬੱਸ ਆਉਂਦੀ ਹੈ ਉਹ ਵੀ ਪਹਿਲਾਂ ਤੋਂ ਹੀ ਭਰ ਕੇ ਹੀ ਆਉਂਦੀ ਹੈ, ਜਿਸ ਕਾਰਨ ਉਹ ਜਾਨ ਜੋਖਿਮ 'ਚ ਪਾ ਕੇ ਸਫ਼ਰ ਕਰ ਰਹੇ ਨੇ। ਸਰ ਬੱਸਾਂ ਦਾ ਬਹੁਤ ਔਖਾ, ਸਵੇਰੇ 6 ਵਜੇ ਦੇ ਖੜੀ ਦਾ 11 ਵਜੇ ਬੱਸਾਂ ਮਿਲਦੀਆਂ ਨੇ। ਪੜ੍ਹਾਈ ਦਾ ਵੀ ਬਹੁਤ ਲੋਸ ਹੋ ਰਿਹਾ, ਐਗਜ਼ਾਮ ਵੀ ਆ ਰਹੇ ਨੇ, ਕੋਈ ਵੀ ਬੱਸ ਨਹੀਂ ਚੱਲ ਰਹੀ, ਕੋਈ ਫਾਇਦਾ ਨਹੀਂ ਹੈਗਾ ਸਰਕਾਰ ਦਾ। ਵੋਟਾਂ ਦੇ ਟਾਈਮ ਸਾਰੇ ਅੱਗੇ ਅੱਗੇ ਆਉਂਦੇ ਨੇ, ਵੋਟਾਂ ਤੋਂ ਬਾਅਦ ਕੋਈ ਨਹੀਂ ਇੱਥੇ ਦਿਖਦਾ। ਉਧਰ ਹੜਤਾਲ ਤੇ ਬੈਠੇ ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਹੱਕੀ ਮੰਗਾਂ ਲਈ ਧਰਨੇ ਤੇ ਬੈਠੇ ਹਾਂ। ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਕਹਿੰਦੇ ਹੋ ਵੀ ਅਸੀਂ 36000 ਕਾਮੇ ਪੱਕੇ ਕੀਤੇ ਨੇ, ਉਹ ਕਿਹੜੇ ਕਾਮੇ ਨੇ ਜਿਹੜੇ ਪੱਕੇ ਕੀਤੇ ਨੇ? ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਠੇਕੇ ਤੇ ਚੱਲਦਿਆਂ ਨੂੰ ਘੱਟੋ ਘੱਟ ਵੀ 7 ਸਾਲ ਹੋ ਗਏ, ਅਜੇ ਤੱਕ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਗਿਆ। ਉਹਨਾਂ ਨਾਲ ਵਾਅਦਾ ਕਰਕੇ ਵੀ ਉਹਨੂੰ ਪੱਕੇ ਨਹੀਂ ਕੀਤਾ ਗਿਆ। ਉਹਨਾਂ ਦੀਆਂ ਮੰਗਾਂ ਜਾਇਜ਼ ਨੇ, ਪਰ ਦੂਜੇ ਪਾਸੇ ਜਿਹੜੇ ਸਾਡੇ ਬੱਚੇ ਇੱਥੇ ਹਰਾਸ਼ ਹੋ ਰਹੇ ਨੇ, ਜਿਹੜੇ ਸਾਡੇ ਬੀਬੀਆਂ ਭੈਣਾਂ ਇੱਥੇ ਹਰਾਸ਼ ਹੋ ਰਹੀਆਂ ਨੇ, ਮਰੀਜ਼ ਹਰਾਸ਼ ਹੋ ਰਹੇ ਨੇ, ਜਿਹੜੇ ਮੁਲਾਜ਼ਮ ਹਰਾਸ਼ ਹੋ ਰਹੇ ਨੇ, ਜਿਨ੍ਹਾਂ ਨੇ ਆਪਣੀ ਡਿਊਟੀ ਤੇ ਜਾਣਾ ਹੁੰਦਾ ਹੈ, ਸਰਕਾਰ ਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ। ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀ ਹੜਤਾਲ ਨੂੰ 8 ਦਿਨ ਹੋ ਗਏ ਨੇ, ਪਰ ਹਾਲੇ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਜਿਸ ਕਾਰਨ ਆਮ ਲੋਕਾਂ ਤੇ ਵਿਦਿਆਰਥੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ।
ਲੋਕਾਂ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਜੋ ਕਿ ਅਸੀਂ ਸੁਖਾਲੇ ਢੰਗ ਨਾਲ ਸਫ਼ਰ ਕਰ ਸਕੀਏ। ਸਮਾਣਾ ਤੋਂ ਪਰਸ਼ੋਤਮ ਕੋਸ਼ਿਕ ਤੇ ਰੋਪੜ ਤੋਂ ਅਵਤਾਰ ਕੰਬੋਜ ਦੀ ਰਿਪੋਰਟ, ਨਿਊਜ਼ 18 ਪੰਜਾਬ। ਮਾਨਸਾ 'ਚ ਤਹਿਸੀਲਦਾਰ ਦਫ਼ਤਰ ਦੇ ਸਾਹਮਣੇ ਪ੍ਰਾਪਰਟੀ ਡੀਲਰਾਂ ਨੇ ਦੂਜੇ ਦਿਨ ਵੀ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਤਹਿਸੀਲਦਾਰ ਤੇ ਰਿਸ਼ਵਤ ਦੇ ਇਲਜ਼ਾਮ ਲਾਏ ਨੇ। ਉਧਰ ਐਸਡੀਐਮ ਨੇ ਕਿਹਾ ਕਿ ਗੈਰ ਕਾਨੂੰਨੀ ਕੰਮ ਕਰਵਾਉਣ ਲਈ ਪ੍ਰਾਪਰਟੀ ਡੀਲਰ ਪ੍ਰਦਰਸ਼ਨ ਕਰ ਰਹੇ ਨੇ। ਮਾਨਸਾ 'ਚ ਤਹਿਸੀਲਦਾਰ ਦਫ਼ਤਰ ਸਾਹਮਣੇ ਪ੍ਰਾਪਰਟੀ ਡੀਲਰਸ ਨੇ ਦੂਜੇ ਦਿਨ ਮੁੜ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਤਹਿਸੀਲਦਾਰ ਤੇ ਰਿਸ਼ਵਤ ਦੇ ਇਲਜ਼ਾਮ ਵੀ ਲਗਾਏ ਨੇ। ਪ੍ਰਾਪਰਟੀ ਡੀਲਰਸ ਦਾ ਕਹਿਣਾ ਹੈ ਕਿ ਜਦੋਂ ਰਜਿਸਟਰੀ ਕਰਵਾਉਣ ਜਾਂਦੇ ਹਾਂ ਤਾਂ ਤਹਿਸੀਲਦਾਰ ਐਨਓਸੀ ਮੰਗਦਾ ਹੈ, ਜਦਕਿ ਜਿਹੜੇ ਲੋਕ ਪੈਸੇ ਦੇ ਦਿੰਦੇ ਨੇ ਉਹਨਾਂ ਦੀ ਰਜਿਸਟਰੀ ਬਿਨਾਂ ਐਨਓਸੀ ਦੇ ਕਰ ਦਿੱਤੀ ਜਾਂਦੀ ਹੈ। ਦੇਖੋ ਜੀ, ਇਹਨਾਂ ਨੇ 2.5 ਮਹੀਨੇ ਤੋਂ ਹੈਗੀਆਂ ਨੇ ਜਿਹੜੀਆਂ ਰਜਿਸਟਰੀਆਂ ਬੰਦ ਕਰ ਰੱਖੀਆਂ ਨੇ। ਰਜਿਸਟਰੀਆਂ ਦਾ ਇਹ ਹਾਲ ਹੈਗਾ ਵੀ ਇਹ ਬਿਨਾਂ ਰੁਪਈਆਂ ਤੋਂ ਬਗੈਰ ਕੋਈ ਕੰਮ ਨਹੀਂ ਹੋ ਰਿਹਾ, ਚਾਹੇ ਪਿੰਡ ਦੀ ਰਜਿਸਟਰੀ ਹੈ ਚਾਹੇ ਸ਼ਹਿਰ ਦੀ ਰਜਿਸਟਰੀ ਹੈ। ਉਧਰ ਐਸਡੀਐਮ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਲੋਕ ਅਣਅਧਿਕਾਰਿਤ ਕਲੋਨੀ ਦੀ ਰਜਿਸਟਰੀ ਕਰਵਾਉਂਦੇ ਨੇ, ਜਿਨ੍ਹਾਂ ਲਈ ਸਰਕਾਰ ਨੇ ਐਨਓਸੀ ਲਾਜ਼ਮੀ ਕੀਤੀ ਹੋਈ ਹੈ। ਪ੍ਰਦਰਸ਼ਨਕਾਰੀ ਬਿਨਾਂ ਮਤਲਬ ਤੋਂ ਰਿਸ਼ਵਤ ਦਾ ਮਾਮਲਾ ਬਣਾ ਕੇ ਗੈਰ ਕਾਨੂੰਨੀ ਕੰਮ ਕਰਵਾਉਣਾ ਚਾਹੁੰਦੇ ਨੇ। ਸਰਕਾਰ ਵੱਲੋਂ ਜਾਂ ਅਣਅਧਿਕਾਰਤ ਕਲੋਨੀ ਦੀ ਰਜਿਸਟਰੀ ਬੰਦ ਆ, ਇਸ ਕਰਕੇ ਹੋ ਨਹੀਂ ਸਕਦੀ। ਉਹ ਉਹਨਾਂ ਦੀ ਹੈਗਾ ਮੁੱਦਾ ਕਿ ਸਾਡੀਆਂ ਰਜਿਸਟਰੀਆਂ ਐਨਓਸੀ ਤੋਂ ਬਿਨਾਂ ਹੀ ਕੀਤੀਆਂ ਜਾਣ, ਜਿਹੜੀਆਂ ਨਹੀਂ ਹੋ ਸਕਦੀਆਂ। ਮਾਮਲਾ ਗੰਭੀਰ ਹੈ। ਪ੍ਰਦਰਸ਼ਨਕਾਰੀ ਰਿਸ਼ਵਤ ਦਾ ਇਲਜ਼ਾਮ ਲਗਾ ਰਹੇ ਨੇ ਤੇ ਐਸਡੀਐਮ ਸਿਰੇ ਤੋਂ ਇਹਨਾਂ ਇਲਜ਼ਾਮਾਂ ਨੂੰ ਨਕਾਰ ਰਹੇ ਨੇ। ਆਖਿਰ ਕੌਣ ਸਹੀ ਹੈ, ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗੇਗਾ। ਮਾਨਸਾ ਤੋਂ ਬਲਦੇਵ ਸ਼ਰਮਾ ਦੀ ਰਿਪੋਰਟ, ਨਿਊਜ਼ 18 ਪੰਜਾਬ। ਕੈਥਲ ਦੇ ਜਠੇੜੀ 'ਚ ਇੱਕ ਡੇਰੇ 'ਚੋਂ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਡੇਰੇ 'ਚ ਆਪਣੇ 2 ਸਾਥੀਆਂ ਨਾਲ ਰਹਿੰਦਾ ਸੀ ਤੇ ਦੋਵੇਂ ਸਾਥੀ ਫਰਾਰ ਨੇ। ਖੂਨ ਨਾਲ ਲੱਥ-ਪੱਥ ਇਹ ਗੱਦਾ ਤੇ ਗੱਦੇ ਤੇ ਪਿਆ ਇਹ ਨੌਜਵਾਨ ਜੋ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇਸ ਨੌਜਵਾਨ ਦਾ ਕਤਲ ਹੋਇਆ। ਤਸਵੀਰਾਂ ਨੇ ਕੈਥਲ ਦੇ ਜਠੇੜੀ ਦੀਆਂ, ਜਿੱਥੇ ਖੇਤਾਂ 'ਚ ਬਣੇ ਡੇਰੇ 'ਚੋਂ ਇੱਕ ਨੌਜਵਾਨ ਦੀ ਮ੍ਰਿਤਕ ਦੇਹ ਮਿਲੀ ਹੈ। ਇਸ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ। ਮ੍ਰਿਤਕ ਬਿਜਲੀ ਦੇ ਖੰਭੇ ਲਗਾਉਣ ਦਾ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਕਿ ਇਹ 3 ਨੌਜਵਾਨ ਇਸੇ ਕਮਰੇ 'ਚ ਰਹਿੰਦੇ ਸਨ ਤੇ ਇਸ ਕਤਲ ਤੋਂ ਬਾਅਦ ਉਸ ਦੇ ਸਾਥੀ ਦੋਵੇਂ ਫਰਾਰ ਨੇ ਤੇ ਉਹਨਾਂ ਤੇ ਕਤਲ ਦੇ ਇਲਜ਼ਾਮ ਵੀ ਲੱਗੇ ਨੇ। हम आज ना एक अभियान था एनडीपीसी के संबंध में, उसमें रेड मार रहे थे हम। सूचना मिली कि ऐसे ऐसे वहाँ पे कोई डेड बॉडी पड़ी है, तो हम सारे काम छोड़ के यहाँ मौके पे आ गए थे। आके देखे तो इसको तेजधार हथियारों से मार दिया है। कि डेरे के मालिक हैं, उनसे पता जो ही की तो पता लग गया कि इसके साथ इसी के साथ काम करने वाले 2 लड़के और थे। ये बिजली बोर्ड का काम करते हैं। जिन लड़कों पे डाउट है हमें भी उन्होंने मारा है और वो रात के ही गायब है यहाँ से। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਦੋਵੇਂ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਖੁਲਾਸਾ ਹੋਣ ਦੀ ਆਸ ਹੈ ਕਿ ਇਸ ਦਾ ਕਤਲ ਕਿਸ ਨੇ ਕੀਤਾ ਤੇ ਕਿਉਂ ਕੀਤਾ ਗਿਆ। ਕੈਥਲ ਤੋਂ ਬਰਿੰਦਰਪੁਰੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਤੇ ਖਬਰ ਜੋ ਮੁੱਦਾ ਬਣੇ ਦੀ ਇਸ ਖਾਸ ਪੇਸ਼ਕਸ਼ 'ਚ ਫਿਲਹਾਲ ਇਨਾ ਹੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ।